ਤੁਸੀਂ ਕੀ ਕਰਨਾ ਹੈ, ਤੁਸੀਂ ਐਲੀਜੀਬਿਲਿਟੀ ਚੈੱਕ ਕਰਨੀ ਆ। ਤੁਸੀਂ ਐਲੀਜੀਬਿਲਿਟੀ ਚੈੱਕ ਕਰਨ ਲਈ ਤੁਸੀਂ ਦੇਖੋ ਆਂਸਰ ਅ ਫਿਊ ਕੁਐਸਚਨਸ ਟੂ ਸੇ ਇਫ ਯੂ ਮੀਟ ਦਾ ਮਿਨੀਮਮ ਰਿਕੁਆਇਰਮੈਂਟਸ। ਤੁਸੀਂ ਇੱਕ ਵਾਰ ਕੁਝ ਕੁਐਸਚਨਸ ਨੂੰ ਇੱਥੇ ਤੁਸੀਂ ਇੱਥੋਂ ਕਲੀਅਰਲੀ ਚੈੱਕ ਕਰ ਸਕਦੇ ਹੋ ਕਿ ਤੁਸੀਂ ਐਲੀਜੀਬਲ ਹੋ ਕਿ ਨਹੀਂ। ਇੱਕ ਗੱਲ ਹੋਰ ਹੈ ਕਿ ਇਹ ਸਾਰੀ ਚੀਜ਼ਾਂ ਹੀ ਮੇਜਰਲੀ ਐਕਸੈਂਟਰੀ 'ਚ ਡਿਪੈਂਡ ਕਰਦੀਆਂ, ਨੈਸ਼ਨੈਲਿਟੀ, ਏਜ, ਲੈਂਗੁਏਜ, ਫੈਮਿਲੀ ਮੈਂਬਰਸ, ਐਜੂਕੇਸ਼ਨ, ਵਰਕ ਐਕਸਪੀਰੀਅੰਸ ਤੇ ਤੁਹਾਡੇ ਜੌਬ ਆਫਰ ਵਗੈਰਾ ਉਹ ਇਹਨਾਂ ਦੇ ਬੇਸ ਤੇ ਹੀ ਸੀਆਰਐਸ ਕੈਲਕੂਲੇਟ ਹੁੰਦਾ। ਇੱਥੇ ਕਲਿੱਕ ਕਰੋਗੇ ਚੈੱਕ ਯੂਰ ਐਲੀਜੀਬਿਲਿਟੀ। ਤੁਸੀਂ ਅਗਰ ਚੈੱਕ ਕਰਨੀ ਹੈ ਆਪਣੀ ਐਲੀਜੀਬਿਲਿਟੀ ਤੁਹਾਨੂੰ ਮੈਂ ਇੱਕ ਸਿੰਪਲ ਜੀ ਪ੍ਰੋਫਾਈਲ ਕਰਕੇ ਫਿਰ ਦਿਖਾ ਦਿੰਦੀ ਹਾਂ। ਓਕੇ, ਪਹਿਲਾ ਕੰਮ ਤੁਸੀਂ ਦੱਸਣਾ ਕਿ ਤੁਸੀਂ ਕਿਹੜੀ ਪ੍ਰੋਵਿੰਸ ਜਾਂ ਕਿਹੜੀ ਟੈਰੀਟਰੀ 'ਚ ਜਾ ਕੇ ਰਹਿਣਾ ਚਾਹੁੰਦੇ ਹੋ। ਜਿਵੇਂ ਮੰਨ ਲਓ ਤੁਹਾਡਾ ਕੋਈ ਰਿਲੇਟਿਵ ਹੈ, ਤੁਸੀਂ ਉੱਥੇ ਹੀ ਜਾਣਾ ਚਾਹੁੰਦੇ ਹੋ, ਤੁਸੀਂ ਉੱਥੇ ਉਹਦਾ ਇੱਥੇ ਕਰ ਸਕਦੇ ਹੋ। ਪਰ ਮੈਂ ਫਿਲਹਾਲ ਅਗਰ ਮੈਂ ਬ੍ਰਿਟਿਸ਼ ਕੋਲੰਬੀਆ ਮੰਨ ਲਓ ਕਰ ਰਹੀ ਹਾਂ ਇੱਥੇ। ਨੈਕਸਟ ਤੁਸੀਂ ਦੇਖੋਗੇ ਅਗਲਾ ਸਟੈਪ, ਇੱਥੇ ਕੋਈ ਜ਼ਰੂਰੀ ਨਹੀਂ ਤੁਸੀਂ ਉਹੀ ਕਰਨਾ, ਤੁਸੀਂ ਆਪਣੀ ਪ੍ਰੈਫਰੈਂਸ ਦੇਖਣੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਨੈਕਸਟ ਤੁਸੀਂ ਕਰੋਗੇ ਕਿ ਤੁਸੀਂ ਫਸਟ ਲੈਂਗੁਏਜ ਕਿਹੜੀ ਕਰੀ ਹੈ। ਜਿਵੇਂ ਆਪਾਂ ਆਇਲਸ ਕੀਤੀ ਹੈ ਤਾਂ ਆਇਲਸ ਭਰ ਦਾਂਗੇ। ਨੈਕਸਟ ਤੁਸੀਂ ਆਇਲਸ ਦੱਸਣਾ ਹੈ ਕਿ ਤੁਹਾਡੀ ਆਇਲਸ ਨੂੰ ਕਿੰਨੇ ਸਾਲ ਪੁਰਾਣਾ ਹੈ। ਤੁਸੀਂ 2 ਸਾਲ ਤੁਹਾਡੇ ਐਲੀਜੀਬਲ ਹੁੰਦਾ ਆਇਲਸ ਸਕੋਰ, 2 ਸਾਲ ਤੋਂ ਪਿੱਛੇ ਤੁਸੀਂ ਆਇਲਸ ਦਿੱਤਾ ਹੋਊਗਾ ਉਹਦਾ ਸਕੋਰ ਤਾਂ ਤੁਹਾਨੂੰ ਨਹੀਂ ਕਾਊਂਟ ਹੋਣਾ, ਤੁਹਾਨੂੰ ਦੁਬਾਰਾ ਕਰਨਾ ਪਏਗਾ। ਮੈਂ ਕੋਈ ਐਸੀ ਡੇਟ ਭਰ ਰਹੀ ਹਾਂ 2 ਸਾਲ ਦੇ ਵਿੱਚ ਹੀ ਹੋਵੇ, ਮੈਂ 2019 ਵਾਲੀ ਭਰ ਦਿੰਦੀ ਹਾਂ। ਨੈਕਸਟ ਤੁਸੀਂ ਸਕੋਰ ਫਿਲ ਕਰਨਾ। ਸਕੋਰ ਮੈਂ ਇਸ ਤਰੀਕੇ ਨਾਲ ਫਿਲ ਕਰ ਰਹੀ ਹਾਂ, ਮੈਂ 8777 ਤੁਹਾਨੂੰ ਪਹਿਲੇ ਐਕਸਪਲੇਨ ਕੀਤੇ ਸੀ ਪਿਛਲੀ ਵੀਡੀਓ 'ਚ ਵੀ, ਇਸ 'ਚ ਵੀ ਕਰ ਰਹੀ ਹਾਂ ਵੀ 8777 ਐਕਸਪ੍ਰੈਸ ਐਂਟਰੀ ਲਈ ਮਸਟ ਹੈ। ਤੇ ਮੈਂ ਇੱਥੇ ਤੁਹਾਡੇ ਲਿਸਨਿੰਗ 'ਚੋਂ 8 ਭਰ ਰਹੀ ਹਾਂ ਕਿਉਂਕਿ 8 ਐਲੀਜੀਬਿਲਿਟੀ ਹੈ, ਤੁਹਾਡੇ 8.5 ਵੀ ਹੋ ਸਕਦੇ, 9 ਵੀ ਹੋ ਸਕਦੇ। ਔਰ ਜਿੰਨੇ ਤੁਸੀਂ ਬੈਂਡਸ ਵੱਧ ਲਈ ਜਾਓਗੇ ਨਾ ਆਇਲਸ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ, ਤੁਹਾਡੇ 5 ਤੋਂ 7 ਤੱਕ ਸੀਆਰਐਸ ਵੀ ਵੱਧ ਜਾਂਦਾ। ਤੇ ਮੈਂ ਆਪਣੇ ਹੀ ਚੈਨਲ ਤੇ ਤੁਹਾਨੂੰ ਸ਼ੇਅਰ ਵੀ ਕੀਤਾ ਕਿ ਤੁਸੀਂ 8 ਬੈਂਡਸ ਕਿਵੇਂ ਲੈ ਸਕਦੇ ਹੋ। ਰਾਈਟਿੰਗ 'ਚ ਮੋਸਟਲੀ ਲੋਕਾਂ ਦੇ ਰਾਈਟਿੰਗ 'ਚੋਂ ਬੈਂਡਸ ਕੱਟ ਜਾਂਦੇ, ਤੇ ਰਾਈਟਿੰਗ ਦਾ ਮੈਂ ਡਿਸਕਸ ਕੀਤਾ, ਜ਼ਰੂਰ ਮੇਰੀ ਵੀਡੀਓਸ ਵਾਚ ਕਰਨਾ। ਤੇ ਅਗਰ ਤੁਸੀਂ ਮੈਨੂੰ ਮੋਟੀਵੇਟ ਜਾਂ ਸਪੋਰਟ ਕਰੋਗੇ ਤਾਂ ਮੈਂ ਹੋਰ ਫਾਰਮੈਟਸ ਪਾਉਂਗੀ। ਉਹ ਫਾਰਮੈਟਸ ਬਹੁਤ ਈਜ਼ੀ ਨੇ ਔਰ ਮੈਂ ਖੁਦ ਉਹਨੂੰ ਅਪਲਾਈ ਕਰਕੇ ਦੇਖਿਆ ਹੋਇਆ ਤੇ ਮੇਰੇ ਉਹਦੇ ਬੇਸ ਤੇ 7 ਬੈਂਡਸ ਇੱਕ ਵਾਰੀ ਆਏ ਸੀ, ਇੱਕ ਵਾਰੀ ਮੇਰੇ 7.5 ਬੈਂਡਸ ਆ ਗਏ ਸੀ। ਮੈਂ ਉਹੀ ਫਾਰਮੈਟ, ਉਹੀ ਵੋਕੈਬਲਰੀ, ਉਹੀ ਮੈਥਡਸ ਯੂਜ਼ ਕੀਤੇ ਸੀ। ਮੇਰੇ ਚੈਨਲ ਨੂੰ ਜ਼ਰੂਰ ਫੋਲੋ ਕਰਨਾ ਔਰ ਦੇਖਣਾ ਅਗਰ ਤੁਹਾਨੂੰ ਉਸ 'ਚ ਕੋਈ ਫਾਇਦਾ ਮਿਲਦਾ। ਸੋ ਮੈਂ ਇੱਥੇ 8 ਭਰ ਰਹੀ ਹਾਂ ਲਿਸਟ ਜੋ ਬਾਕੀ ਤੁਸੀਂ ਜਿੰਨੇ ਦਿਨ ਤੁਹਾਡੇ ਸਕੋਰ ਹੈ ਤੁਸੀਂ ਉਹਨਾਂ ਨਾਲ ਭਰ ਸਕਦੇ ਹੋ। ਜਿਵੇਂ 7 ਅਗਰ ਸਪੀਕਿੰਗ 'ਚੋਂ ਤਾਂ ਕਿ ਤੁਹਾਡੇ ਕੋਲ ਕੋਈ ਹੋਰ ਲੈਂਗੁਏਜ ਤਾਂ ਨਹੀਂ ਹੈ, ਮੰਨ ਲਓ ਕਿ ਇਹਨੇ ਫ੍ਰੈਂਚ ਕੀਤੀ ਹੁੰਦੀ ਤਾਂ ਉੱਥੇ TEF ਭਰ ਸਕਦੇ ਹੋ। ਮੈਂ ਅਜੇ ਫਿਲਹਾਲ ਨਨ ਭਰ ਰਹੀ ਹਾਂ, ਕੋਈ ਲੈਂਗੁਏਜ ਨਹੀਂ ਹੈਗੀ ਆਪਣੇ ਕੋਲ ਹੋਰ। ਨੈਕਸਟ ਤੁਸੀਂ ਇੱਦਾਂ ਹੀ 1 ਬਾਏ 1 ਆਪਣੇ ਸਾਰਾ ਕੁਝ ਫਿਲ ਕਰੀ ਜਾਣਾ। ਹੁਣ ਤੁਸੀਂ ਸਕਿਲਡ ਵਰਕਰ ਹੋ, ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਤੁਸੀਂ ਇੱਥੇ ਮੈਂਸ਼ਨ ਕਰਨਾ। ਅਗਰ ਨਹੀਂ ਹੈ, ਤੁਸੀਂ ਬਾਹਰ ਨਹੀਂ ਗਏ, ਤੁਸੀਂ ਇੰਡੀਆ 'ਚ ਹੀ ਹੋ, ਤੁਸੀਂ ਇੱਥੇ ਨਨ ਲਿਖ ਸਕਦੇ ਹੋ। ਠੀਕ ਹੈ, ਇਹ ਵੀ ਨਨ ਆਫ ਦਾ ਅਬਵ। ਦੈਨ ਨੈਕਸਟ ਹੈ ਕਿ ਲਾਸਟ 10 ਈਅਰ ਤੁਹਾਡੇ ਕੋਲ ਕਿੰਨਾ ਸਕਿਲਡ ਵਰਕ ਐਕਸਪੀਰੀਅੰਸ ਹੈ। ਤੁਸੀਂ ਆਪਣਾ ਐਕਸਪੀਰੀਅੰਸ ਐਕਸਪਲੇਨ ਕਰਨਾ ਕਿ ਤੁਹਾਡੇ ਕੋਲ ਕਿਹੜਾ ਐਕਸਪੀਰੀਅੰਸ ਹੈ। ਮੰਨ ਲਓ ਤੁਹਾਡੇ ਕੋਲ 2 to 3 ਹੈ ਜਾਂ 4 to 5 ਹੈ, ਆਪਾਂ ਉਸ ਅਕੋਰਡਿੰਗ ਇਹਨੂੰ ਕਲਿੱਕ ਕਰਤਾ। ਇਫ ਯੂ ਆਰ ਨੋਟ ਸ਼ੋਰ ਆਫ ਦਾ NOC ਆਫ ਯੂਰ ਜੌਬ, ਤੁਸੀਂ NOC ਇੱਥੇ ਫਾਈਂਡ ਵੀ ਕਰ ਸਕਦੇ ਹੋ। ਮੰਨ ਲਓ ਤੁਸੀਂ ਜੌਬ ਕਰ ਰਹੇ ਹੋ, ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੇ ਹੋ, ਤੇ ਆਪਣਾ ਇੱਥੇ ਆਪਣਾ NOC ਫਾਈਂਡ ਕਰ ਸਕਦੇ ਹੋ ਕਿ ਤੁਸੀਂ O ਚਾਹੁੰਦੇ ਹੋ, A ਚਾਹੁੰਦੇ ਹੋ, BH ਕੀ C ਚਾਹੁੰਦੇ ਹੋ। ਓਕੇ, ਇਹਦੇ ਵਿੱਚ ਤੁਸੀਂ ਆਰਾਮ ਨਾਲ ਖੋਲ ਕੇ ਆਪਣਾ ਚੈੱਕ ਕਰ ਸਕਦੇ ਹੋ ਤੇ ਸਰਚ ਕਰ ਲਿਓ। ਸਰਚ ਕਰਕੇ ਤੁਸੀਂ ਆਪਣਾ ਦੇਖ ਲਿਓ NOC ਕਿਹੜਾ ਹੈ। ਆਪਣਾ NOC ਦਾ ਕੋਡ ਪਤਾ ਹੋਣਾ ਚਾਹੀਦਾ ਕਿਉਂਕਿ ਆਪਾਂ ਆਪਣੀ ਪ੍ਰੋਫਾਈਲ ਫਿਲ ਕਰਦੇ ਹੋਏ NOC ਕੋਡ ਵੀ ਫਿਲ ਕਰਨਾ ਹੁੰਦਾ ਹੈ। ਡਿਪੈਂਡ ਕਰਦਾ ਕਿ ਤੁਸੀਂ O ਕੈਟੇਗਰੀ ਚੋਂ, A ਚੋਂ, B ਚੋਂ ਕਿ C ਚੋਂ, ਤੁਹਾਨੂੰ ਉਹਦੇ ਬੇਸ ਤੇ ਵੀ ਬੈਂਡਸ ਮਿਲਦੇ ਨੇ। ਤੁਸੀਂ ਜ਼ਰੂਰ ਇਹਨੂੰ ਫਾਈਂਡ NOC ਚੈੱਕ ਕਰ ਲਿਓ ਆਪਣਾ। ਤੁਸੀਂ ਮੰਨ ਲਓ ਮੈਂ ਇੱਥੇ ਰਿਕਾਰਡਿੰਗ ਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੰਨ ਲਓ ਮੇਰੇ ਕੋਲ ਤੁਸੀਂ ਫਿਲ ਕਰ ਲੈਣਾ ਆਪਣਾ। ਡੂ ਯੂ ਹੈਵ ਅ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਫਰੋਮ, ਅਗਰ ਤੁਸੀਂ ਕੈਨੇਡਾ 'ਚ ਕੁਛ ਕੀਤਾ ਹੋ, ਕੈਨੇਡਾ 'ਚ ਕੁਛ ਕੀਤਾ ਹੋ, ਤੁਸੀਂ ਇੱਥੇ ਫਿਲ ਕਰਨਾ ਹੈ। ਜੇ ਕੁਛ ਵੀ ਕੈਨੇਡਾ 'ਚੋਂ ਆਪਾਂ ਨਹੀਂ ਕੀਤੀ ਸਟੱਡੀ ਵਗੈਰਾ, ਤੁਸੀਂ ਕੋਈ ਸਟੱਡੀ ਕੈਨੇਡਾ 'ਚੋਂ ਨਹੀਂ ਕੀਤੀ, ਤੁਸੀਂ ਇੱਥੇ ਨੋ ਫਿਲ ਕਰ ਸਕਦੇ ਹੋ। ਜੇ ਕੀਤੀ ਹੋਈ ਹੈ ਤੁਸੀਂ ਸਟੱਡੀ ਵੀਜ਼ਾ ਉੱਥੇ ਲਗਾ ਕੇ ਪਹਿਲਾਂ ਪਹੁੰਚੇ ਹੋਏ ਸੀ ਫਿਰ ਅਪਲਾਈ ਕਰ ਰਹੇ ਹੋ, ਤੁਸੀਂ ਇੱਥੇ ਯੈਸ ਕਰ ਦਿਓ। ਹਾਊ ਮਚ ਮਨੀ, ਤੁਸੀਂ ਕਿੰਨੀ ਮਨੀ ਕੈਰੀ ਕਰ ਸਕਦੇ ਹੋ। ਮੈਂ ਹੁਣ ਸਿੰਪਲ ਜੀ ਦੱਸਦੀ ਕਿ ਆਪਾਂ ਮੰਨ ਲਓ ਇੰਨੀ ਮਨੀ ਕੈਰੀ ਕਰ ਸਕਦੇ ਹਾਂ। ਹਾਊ ਮੈਨੀ ਫੈਮਿਲੀ ਮੈਂਬਰ ਡੂ ਯੂ ਹੈਵ, ਮੰਨ ਲਓ ਆਪਾਂ ਮੈਰਿਡ ਪਰਸਨ ਹੈ, 2 ਮੈਂਬਰਸ ਨੇ। ਨੈਕਸਟ
फिर तुसीं दस्सना कि डू यू हैव अ वैलिड जॉब ऑफर इन कनाडा? नो अगर जॉब ऑफर नहीं है, अगर येस है तुसीं इत्थे येस क्लिक कर सकदे जॉब ऑफर। ਇਹਦੇ ਤੁਸੀਂ ਤੇ ਬਰਥ ਈਅਰ ਫਿਲ ਕਰੋਗੇ। ਤੁਸੀਂ ਇਫ ਯੂ ਡਿਡਨਟ ਹੈਵ ਐਨੀ ਕੈਨੇਡੀਅਨ ਡਿਗਰੀ, ਤੁਸੀਂ ਆਪਣਾ ਦੱਸਣਾ ਕਿ ਤੁਸੀਂ ਐਕਚੁਅਲ ਜੋ ਇਵੈਲੂਏਸ਼ਨ ਕਰਵਾਓਗੇ, ਵੈਸ ਤੋਂ ਕਰਾਓਗੇ, ਆਈਕੁਐਸ ਤੋਂ ਕਰਾਓਗੇ, ਆਪਣੀ ਕ੍ਰੈਡੈਂਸ਼ੀਅਲ ਇਵੈਲੂਏਸ਼ਨ ਕਰਵਾਓਗੇ, ਤੁਸੀਂ ਉਹਨਾਂ ਵਿੱਚ ਇੱਥੋਂ ਕਿੱਥੇ ਐਲੀਜੀਬਲ ਹੋ, ਤੁਹਾਡੇ ਕੋਲ ਡਿਪਲੋਮਾ ਹੈ, ਡਿਗਰੀਜ਼ ਨੇ, 2 ਡਿਗਰੀਜ਼ ਨੇ, ਇਹਦਾ ਮਤਲਬ 1 ਡਿਗਰੀ, ਇਹਦਾ ਮਤਲਬ 2 ਡਿਗਰੀਜ਼ ਨੇ, ਇਹਦਾ ਮਤਲਬ ਮਾਸਟਰ ਡਿਗਰੀ ਹੈ, ਮੰਨ ਲਓ ਆਪਾਂ ਮਾਸਟਰ ਡਿਗਰੀ ਕਲੀਅਰ ਕਰਤਾ ਇੱਥੇ, ਦੈਨ ਨੈਕਸਟ ਇੱਦਾਂ ਫਿਰ ਤੁਸੀਂ 1 ਬਾਏ 1 ਸਾਰੀ ਕੋਲਮ ਫਿਲ ਕਰੀ ਜਾਣੇ। ਮੈਂ ਹੁਣ ਦੇਖ ਨਹੀਂ ਰਹੀ, ਬਿਨਾਂ ਦੇਖੇ ਫਿਲ ਕਰ ਰਹੀ, ਤੁਸੀਂ ਆਪਣੇ ਆਪ ਹੀ ਸਾਰੇ ਈਜ਼ੀ ਨੇ, ਤੁਸੀਂ ਸਾਰੇ ਕਾਲਮਸ 1 ਬਾਏ 1 ਫਿਲ ਕਰ ਦਿਓ। ਦੇਖੋ ਨੇ ਸਟੈਪ ਮੈਂਸ਼ਨ ਕਰਤੇ, ਇਹ ਤੁਸੀਂ ਫਿਲ ਕਰ ਦੋਗੇ, ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜੂਗਾ, ਇਹਨੂੰ ਨੋਟ ਕਰਕੇ ਕਿਤੇ ਨਾ ਕਿਤੇ ਆਪਣੇ ਕਾਪੀ ਪੇਸਟ ਕਰਕੇ ਰੱਖ ਲਿਓ, ਠੀਕ ਹੈ ਨਾ। ਕਾਪੀ ਪੇਸਟ ਕਰਕੇ ਤੁਸੀਂ ਆਪਣਾ ਰੱਖ ਲੈਣਾ, ਇਹ ਨੰਬਰ ਹੀ ਥੋੜਾ ਅੱਗੇ ਜਾ ਕੇ ਕੰਮ ਆਣਾ। ਸਟੈਪ 1 ਕੀ ਹੈ, ਤੁਸੀਂ ਆਪਣਾ ਡਾਟਾ, ਤੁਹਾਡਾ ਰੈਫਰੈਂਸ ਕੋਡ ਮਿਲਿਆ, ਇਹਨੂੰ ਰਿਕਾਰਡ ਵਿੱਚ ਨੋਟ ਕਰ ਲਓ। एक्सपायर हो चुका खाता कि जनवरी 23 तक ਤੁਹਾਨੂੰ ਇਹ ਮਿਲਿਆ ਹੋਇਆ, ਤੁਸੀਂ ਉਸ ਤੋਂ ਪਹਿਲਾਂ ਹੀ ਆਪਣੀ ਇੱਕ ਵਾਰ ਸਬ ਪ੍ਰੋਫਾਈਲ ਲਾ ਦੇਣੀ ਹੈ, ਠੀਕ ਹੈ। ਪੂਲ ਦੇ ਵਿੱਚ ਆਪਣੀ ਪ੍ਰੋਫਾਈਲ ਪਾ ਦੇਣੀ ਹੈ, ਜਿਵੇਂ ਆਪਾਂ ਪਰਚੀ ਪਾਉਂਦੇ ਹਾਂ, ਪਰਚੀ ਪਾ ਦੇਣੀ ਹੈ ਲੋਟਰੀ, ਜਦੋਂ ਆਪਾਂ ਕਹਿੰਦੇ ਵੀ ਲੋਟਰੀ ਹੈ, ਉਹਦੇ ਵਿੱਚ ਆਪਾਂ ਪਰਚੀ ਪਾ ਦੇਣੀ, ਪਰਚੀ 'ਚ ਡਰਾ ਕਦ ਨਿਕਲਣਾ ਉਹ ਡਿਪੈਂਡ ਕਰਦਾ, ਠੀਕ ਹੈ। ਦੈਨ ਸਟੈਪ 2 ਪ੍ਰਿੰਟ ਦਿਸ ਪੇਜ, ਯੂ ਵਿਲ ਨੀਡ ਦਿਸ ਇਨਫੋਰਮੇਸ਼ਨ ਟੂ ਅਪਲਾਈ, ਤੁਸੀਂ ਇਸ ਪੇਜ ਨੂੰ ਪ੍ਰਿੰਟ ਲੈਣਾ, ਇੱਥੋਂ ਪ੍ਰਿੰਟ ਤੋਂ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਪਈ, ਕਿ ਜੋ ਇਨਫੋਰਮੇਸ਼ਨ ਪਹਿਲਾਂ ਫਿਲ ਕਰੀ ਹੈ ਤੁਹਾਨੂੰ ਉਹ ਇਨਫੋਰਮੇਸ਼ਨ ਚਾਹੀਦੀ ਹੋਏਗੀ ਅਪਲਾਈ ਕਰਨ ਟਾਈਮ। ਦੈਨ ਤੁਸੀਂ ਨੈਕਸਟ ਕੰਮ ਕੀ ਕਰਨਾ, ਲੌਗ ਰਜਿਸਟਰ ਕਰਨਾ, ਤੁਹਾਨੂੰ ਕੀ ਮਿਲੇਗੀ, ਕੀ ਮਤਲਬ ਤੁਹਾਨੂੰ ਇੱਕ ਲੌਗਇਨ ਆਈਡੀ ਪਾਸਵਰਡ ਮਿਲ ਜਾਏਗਾ, ਕੀ ਮਤਲਬ, ਠੀਕ ਹੈ। ਜੇ ਤੁਸੀਂ ਪਹਿਲਾਂ ਹੀ ਇੱਥੇ ਅਪਲਾਈ ਕੀਤਾ, ਤੁਹਾਨੂੰ ਦੁਬਾਰਾ ਲੌਗਇਨ ਕਰਨਾ, ਤੁਸੀਂ ਇੱਥੇ ਲੌਗਇਨ ਕਰ ਸਕਦੇ ਹੋ, ਇੱਥੇ ਤੁਹਾਨੂੰ ਕੀ ਮਿਲ ਜਾਏਗੀ, ਪਹਿਲਾ ਕੰਮ ਰੈਫਰੈਂਸ ਕੋਡ, ਦੂਸਰਾ ਕੰਮ ਇਸ ਪੇਜ ਨੂੰ ਪ੍ਰਿੰਟ ਕਰਕੇ ਰੱਖ ਲਓ, ਕਿਉਂਕਿ ਆਪਾਂ ਸੇਮ ਜੋ ਇੱਥੇ ਫਿਲ ਕੀਤਾ ਨਾ ਡਾਟਾ ਦੇਖ ਕੇ ਫਿਲ ਕਰਨਾ, ਉਹੀ ਡਾਟਾ ਆਪਾਂ ਆਪਣੀ ਪ੍ਰੋਫਾਈਲ 'ਚ ਐਂਟਰ ਕਰਨਾ। ਇੱਥੋਂ ਤੁਸੀਂ ਕਲਿੱਕ ਕਰਾਂਗੇ, ਅੱਗੇ ਜਾਵਾਂਗੇ, ਨੈਕਸਟ ਵੀ ਦੇਖ ਲਓ ਕੀ ਹੈ। ਜਦੋਂ ਜਾਓਗੇ ਵੈਨ ਯੂ ਸਾਈਨ ਇਨ ਯੋਰ ਇਲੈਕਟ੍ਰੋਨਿਕ ਕ੍ਰੈਡੈਂਸ਼ੀਅਲ, ਯੂ ਵਿਲ ਆਟੋਮੈਟਿਕਲੀ, ਤੁਸੀਂ ਇਹਨੂੰ ਸਾਈਨ ਇਨ ਕਰ ਲਓਗੇ, ਰਜਿਸਟਰ ਕਰ ਲਓਗੇ, ਤੁਸੀਂ ਆਪਣੇ ਅਕਾਊਂਟ 'ਚ ਆ ਜਾਓਗੇ, ਦੈਨ ਤੁਸੀਂ ਆਪਣੀ ਸਾਰੀ ਐਂਟਰ ਉੱਥੇ ਰੈਫਰੈਂਸ ਕੋਡ ਫਿਲ ਕਰੋਗੇ, ਠੀਕ ਹੈ। ਉੱਥੋਂ ਐਕਸਪ੍ਰੈਸ ਐਂਟਰੀ ਨੂੰ ਚੂਜ਼ ਕਰੋਗੇ। ਨੈਕਸਟ ਤੁਸੀਂ ਕੰਮ ਕੀ ਕਰਨਾ, ਆਪਣੀ ਪੂਰੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਬਿਲਡ ਕਰੋਗੇ, ਆਪਣੀ ਰਿਵਿਊ ਕਰੋਗੇ ਤੇ ਉਹਨੂੰ ਸਬਮਿਟ ਕਰ ਦੋਗੇ। ਇੰਨਾ ਕੰਮ ਤੁਸੀਂ ਖੁਦ ਫਿਲ ਕਰਨਾ, ਕੁਝ ਔਖਾ ਨਹੀਂ ਹੁੰਦਾ। ਜੋ ਤੁਸੀਂ ਰੀਅਲ ਤੁਹਾਡਾ ਐਡਰੈਸ ਕੀ ਹੈ, ਪਾਸਪੋਰਟ ਨੰਬਰਸ ਕੀ ਨੇ, ਫੈਮਿਲੀ ਨੇਮ, ਖੁਦ ਦਾ ਨੇਮ, ਐਜੂਕੇਸ਼ਨ ਆਪਣੀ ਸਾਰੀ ਐਕਸਪਲੇਨ ਕਰਨੀ, ਐਕਸਪੀਰੀਅੰਸ ਆਪਣਾ, ਐਕਸਪ੍ਰੈਸ ਐਂਟਰੀ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ, ਕੁਝ ਵੀ ਔਖਾ ਨਹੀਂ, ਕੁਝ ਇੱਕ ਸਿੰਗਲ ਚੀਜ਼ ਔਖੀ ਨਹੀਂ ਹੈਗੀ। ਤੁਸੀਂ ਜਦੋਂ ਅਪਲਾਈ ਕਰ ਦੋਗੇ, ਸਬਮਿਟ ਕਰ ਦੋਗੇ, ਸਬਮਿਟ ਕਰਨ ਤੋਂ ਬਾਅਦ ਨੈਕਸਟ ਸਟੈਪ ਬਾਏ ਸਟੈਪ ਫੋਲੋ ਕਰੀ ਜਾਓਗੇ, ਤੁਹਾਨੂੰ ਇੱਕ ਕੰਫਰਮੇਸ਼ਨ ਮੈਸੇਜ ਆਏਗਾ ਤੁਹਾਡੀ ਈਮੇਲ ਅਕਾਊਂਟ ਤੇ, ਤੁਸੀਂ ਜੋ ਈਮੇਲ ਉੱਥੇ ਰਿਕਾਰਡ ਕਰੋਗੇ ਆਪਣੀ, ਉੱਥੇ ਆਊਗਾ ਕਨਫਰਮੇਸ਼ਨ ਕਿ ਤੁਸੀਂ ਇੱਥੇ ਆਪਣੀ ਪ੍ਰੋਫਾਈਲ ਸਬਮਿਟ ਕਰਤੀ ਆ। ਤੁਸੀਂ ਵੇਟ ਕਰਨਾ ਡਰਾ ਦੀ, ਥੋੜਾ ਜਿਹਾ ਡਰਾ 'ਚ ਨਾਮ ਆ ਗਿਆ, ਤੁਸੀਂ ਫਿਰ ਅੱਗੇ ਵਾਲੇ ਪ੍ਰੋਸੈਸ ਕਰਨਾ, ਤੇ ਇੱਥੋਂ ਦੀ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ, ਤੁਸੀਂ ਕੀ ਕਿਵੇਂ ਲੈਣੀ ਹੈ। ਰਜਿਸਟਰ ਤੇ ਕਲਿੱਕ ਕਰਨਾ, ਕਾਫੀ ਲੰਬੀ ਵੀਡੀਓ ਜਾ ਰਹੀ ਹੈ, ਇਸ ਕਰਕੇ ਮੈਂ ਇਹ ਜੋ ਨੈਕਸਟ ਹੈ ਇਹਦੇ ਬਾਰੇ ਮੈਂ ਅਗਲੀ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ, ਕਿਉਂਕਿ ਇਹ ਕਾਫੀ ਲੰਬੀ ਵੀਡੀਓ ਚੱਲ ਜਾਏਗੀ ਤੁਹਾਡੇ ਲਈ।